सत श्री अकाल विद्यार्थियों। पंजाबी गहन खोज के यूट्यूब चैनल ਦੇ ਵਿੱਚ ਤੁਹਾਡਾ ਸਵਾਗਤ ਹੈ। ਅੱਜ ਆਪਾਂ 8ਵੀਂ ਕਲਾਸ ਦਾ ਸਮਾਜਿਕ ਸਿੱਖਿਆ ਦਾ ਪਾਠ ਨੰਬਰ 4 ਹੈ ਜੋ ਸਾਡੀ ਖੇਤੀਬਾੜੀ ਉਹ ਪੜਾਂਗੇ। ਜੇਕਰ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਤੇ ਬੈਲ ਆਈਕਨ ਨੂੰ ਦਬਾ ਦੇਣਾ ਤਾਂ ਕਿ ਤੁਹਾਨੂੰ ਮੇਰੀਆਂ ਨਵੀਆਂ ਅਪਡੇਟਸ ਮਿਲਦੀਆਂ ਰਹਿਣ। ਸ਼ੁਰੂ ਕਰਦੇ ਹਾਂ। ਪ੍ਰਸ਼ਨ ਤੁਹਾਡੇ ਜੋ पाठ का सब तो पहला प्रश्न है वो है खेतीबाड़ी की है। ठीक है, सानू ये समझने की लोड़ पऊ खेतीबाड़ी की होंदी है। तो इत्थे खेतीबाड़ी का मतलब सिर्फ फसलां पैदा करना नहीं, सिर्फ फसलां पैदा करना नहीं बल्कि फसलां उगाउण दे नाल नाल खेतीबाड़ी नाल संबंधित होर धंधिਆਂ ਨੂੰ अपनाउणा है। अर्थात डेयरी फार्मिंग, मुर्गियां पालना, शहद ਦੀਆਂ मक्खियां पालना, मच्छियां पालना, गुड़ बनाउणा, आटा ਚੱਕੀ लाउणा, फुੱਲਾਂ ਦੀ खेती करना आदि सारे धंधे ने ਜਿਹੜੇ ਖੇਤੀਬਾੜੀ ਦੇ ਵਿੱਚ ਸ਼ਾਮਲ ਨੇ। मैं एक गल होर दस देनी चाहुंदा, वीडियो ਨੂੰ पाउज कर करके मैं ਤੁਹਾਡੇ पाठ जो है ਲੈਸਨ ਦੇ ਕੱਲੇ ਕੱਲੇ ਕੁਐਸਚਨ ਉਹਦਾ ਸਕਰੀਨਸ਼ਾਟ ਲੈ ਲੈਣਾ। ਮੈਂ ਕੁਐਸਚਨ ਕੱਢੇ ਹੋਏ ਨੇਗੇ ਉਹਦੇ ਵਿੱਚੋਂ। ਠੀਕ ਹੈ, ਵੱਡੇ ਛੋਟੇ ਸਾਰੇ ਮੈਂ ਮਿਕਸ ਕੀਤੇ ਹੋਏ ਨੇ। ਤੁਸੀਂ ਇਹੀ ਪੜ੍ਹਨੇ ਨੇ ਤੇ ਇਸੇ ਦੇ ਹੀ ਸਕਰੀਨਸ਼ਾਟ ਲੈ ਕੇ ਰੱਖਣਾ ਗਾ। ਤੁਹਾਡਾ ਕੰਮ ਸ਼ਾਰਟ ਵੀ ਹੋ ਜਾਏਗਾ, ਤੁਹਾਨੂੰ ਸਮਝ ਵੀ ਆ ਜਾਏਗੀ। ਠੀਕ ਹੈ ਰਾਜੇ, ਅੱਗੇ ਦੇਖੋ। ਖੇਤੀਬਾੜੀ ਨੂੰ ਪ੍ਰਭਾਵਿਤ ਕਰਨ ਵਾਲੇ ਤੱਤ ਕਿਹੜੇ ਨੇਗੇ? ਤਾਂ ਖੇਤੀਬਾੜੀ ਨੂੰ ਜਲਵਾਯੂ ਪ੍ਰਭਾਵਿਤ ਕਰਦਾ ਹੈ, ਧਰਾਤਲ ਪ੍ਰਭਾਵਿਤ ਕਰਦਾ ਹੈ, ਮਿੱਟੀ ਦੀਆਂ ਕਿਸਮਾਂ ਪ੍ਰਭਾਵਿਤ ਕਰਦੀਆਂ ਨੇ, ਸਿੰਜਾਈ ਸਹੂਲਤਾਂ ਪ੍ਰਭਾਵਿਤ ਕਰਦੀਆਂ ਨੇ, ਖੇਤੀ ਕਰਨ ਦੇ ਢੰਗ ਪ੍ਰਭਾਵਿਤ ਕਰਦੇ ਨੇ, ਮੰਡੀ ਦੀ ਸਹੂਲਤ, ਆਵਾਜਾਈ ਤੇ ਬੈਂਕ ਸਹੂਲਤਾਂ। ਜਿਵੇਂ ਹੁਣ ਸਾਡਾ ਇਸ ਵਕਤ ਝੋਨੇ ਦਾ ਸੀਜ਼ਨ ਚੱਲ ਰਿਹਾ ਹੈਗਾ, ਜੇ ਸਾਡੇ ਕੋਲੇ ਕੀ ਹੈਗਾ ਉਹ ਜਿਹਾ ਜਲਵਾਯੂ ਨਹੀਂ ਹੋਊਗਾ, ਜਿੰਨਾ ਟੈਂਪਰੇਚਰ ਝੋਨੇ ਨੂੰ ਚਾਹੀਦਾ ਉਹ ਨਹੀਂ ਹੋਊਗਾ। ठीक है, तो इत्थे झोना जो है उगना जो है नामुमकिन है। इस टाइम पर आप कणक नहीं उगा सकते, कणक के लिए इत्थों का तापमान, इस जलवायु जो है इस टाइम का ठीक नहीं होगा। धरातल किहो जिहा हुंदा है, ढलान है या समतल है, पੱਧਰ हैगा, मिट्टी ਦੀਆਂ किस्मां ने, जलौड़ी है ਜਾਂ फिर कंकरां वाली मिट्टी है, ਸਿੰਜਾਈ सहूलतां, नहरी सहूलतां किवें ने, दरिया किवें नेगे, इत्थों दे दरियाई सहूलतां किन्नियां क ने, खेती ਕਰਨ ਦੇ ਢੰਗ ਕਿਹੋ ਜਿਹੇ ਨੇ, ਮੰਡੀ ਦੀ ਸਹੂਲਤ ਹੈ, ਕਿਸਾਨ ਆਪਦੀਆਂ ਫਸਲਾਂ ਨੂੰ ਵੇਚ ਸਕਦਾ ਹੈ, ਬੈਂਕ ਦੀ ਸਹੂਲਤ ਹੈ, ਕਰਜ਼ਾ ਲੈ ਸਕਦਾ ਹੈ, ਸੜਕਾਂ ਦਾ ਪੂਰਾ ਮੁਕੰਮਲ ਪ੍ਰਬੰਧ ਹੈ ਕਿ ਤਾਂ ਕਿ ਉਹ ਆਪਣੀ ਫਸਲ ਨੂੰ ਦੂਰ ਤੱਕ ਆਸਾਨੀ ਨਾਲ ਵੇਚ ਕੇ ਆ ਸਕੇ। ਅੱਗੇ ਹੈ ਖੇਤੀ ਦੀਆਂ ਕਿਸਮਾਂ। ਖੇਤੀ ਦੀਆਂ ਕੁਝ ਕਿਸਮਾਂ ਹੁੰਦੀਆਂ ਨੇ ਜਿਵੇਂ ਕਿ ਸੰਘਣੀ ਖੇਤੀ, ਵਿਸ਼ਾਲ ਖੇਤੀ, ਇਹ ਤੁਹਾਡਾ ਕੁਐਸਚਨ ਵੀ ਹੈ, ਖੁਸ਼ਕ ਖੇਤੀ, ਮਿਸ਼ਰਤ ਖੇਤੀ, ਬਾਗਬਾਨੀ, ਸਹਿਕਾਰੀ ਖੇਤੀ, ਸਾਂਝੀ ਖੇਤੀ, ਨਿੱਜੀ ਖੇਤੀ, ਬਗਾਤੀ ਖੇਤੀ, ਵਪਾਰਕ ਖੇਤੀ, ਗੁਜ਼ਾਰੇਬੰਦੀ, ਸਥਾਨੰਤਰੀ, ਗਿੱਲੀ ਤੇ ਸਥਾਈ। ਤਾਂ ਇਹਨੂੰ ਯਾਦ ਕਰਨ ਦੇ ਕੋਈ ਉਲਝਣਾ ਨਹੀਂ। ਸੰਘਣੀ ਤੇ ਵਿਸ਼ਾਲ ਇਹ ਤਾਂ ਤੁਹਾਨੂੰ ਕੁਐਸਚਨ ਦੇ ਵਿੱਚ ਹੀ ਹੈ। ਸਾਂਝੀ ਜਿਹੜੀ ਆਪਾਂ ਸਾਂਝੀ ਕਰਦੇ ਹਾਂ, ਨਿੱਜੀ ਜਿਹੜੀ ਆਪਣੀ ਆਪ ਇਹ ਕਾਫੀ ਜਾਣੇ ਹੁੰਦੇ ਨੇ, ਬਹੁਤ ਸਾਰੇ ਜਾਣੇ ਹੁੰਦੇ, ਇਕੱਲਾ ਜਾਣਾ ਹੁੰਦਾ। ਵਪਾਰਕ ਜਿਹੜਾ ਆਪਾਂ ਵੇਚਣ ਜਾਂਦੇ ਹਾਂ, ਗੁਜ਼ਾਰੇਬੰਦੀ ਜਿਹੜੀ ਆਪਾਂ ਖਾਣ ਜੋਗੀ ਪੈਦਾ ਕਰਦੇ ਹਾਂ। ਠੀਕ ਹੈ ਰਾਜੇ, ਬਾਗਬਾਨੀ ਬਾਗ ਲਾਉਣੇ, ਬਗਾਤੀ ਚਾਹ ਕੌਫੀ ਦੀ ਜੋ ਖੇਤੀ ਹੁੰਦੀ ਹੈ ਉਸ ਨੂੰ ਕਹਿ ਦਿੱਤੀ ਜਾਂਦੀ ਹੈ। ਮਿਸ਼ਰਤ ਖੇਤੀ ਜਿਹਦੇ ਵਿੱਚ ਬਹੁਤ ਸਾਰੀਆਂ ਫਸਲਾਂ ਉਗਾਈਆਂ ਜਾਂਦੀਆਂ ਨੇਗੀਆਂ। ਠੀਕ ਹੈ ਰਾਜੇ, ਇਸ ਨੂੰ ਯਾਦ ਕਰਨ ਦੀ ਕੋਸ਼ਿਸ਼ ਕਰਨਾ ਤੁਸੀਂ। ਅੱਗੇ ਹੈ ਬਗਾਤੀ ਖੇਤੀ ਕਿਹੜੀ ਹੁੰਦੀ ਹੈ? ਇਸ ਕਿਸਮ ਦੀ ਖੇਤੀ ਵਿੱਚ ਭਾਰਤ ਵਿੱਚ ਅੰਗਰੇਜ਼ਾਂ ਦੁਆਰਾ 19ਵੀਂ ਸਦੀ ਵਿੱਚ ਸ਼ੁਰੂ ਕੀਤੀ ਗਈ ਸੀ। ਬਗਾਤੀ ਖੇਤੀ ਵਿੱਚ ਫਸਲ ਨੂੰ ਬਾਗ ਦੇ ਰੂਪ ਵਿੱਚ ਲਗਾਇਆ ਜਾਂਦਾ ਹੈ, ਵੱਡੇ ਪੱਧਰ ਤੇ ਖੇਤੀ ਕੀਤੀ ਜਾਂਦੀ ਹੈ। ਉਦਾਹਰਨ ਦੇ ਤੌਰ ਤੇ ਚਾਹ, ਕੌਫੀ, ਨਾਰੀਅਲ, ਰਬੜ ਆਦਿ ਦੇ ਬਾਗ ਲਾਏ ਜਾਂਦੇ ਨੇ। ਬਾਗਾਂ ਤੋਂ ਕਈ ਸਾਲਾਂ ਤੱਕ ਫਸਲ ਪ੍ਰਾਪਤ ਕੀਤੀ ਜਾਂਦੀ ਹੈ। ਇਹ ਖੇਤੀ ਕਾਫੀ ਲਾਹੇਵੰਦ ਖੇਤੀ ਮੰਨੀ ਜਾਂਦੀ ਹੈ। ਹੁਣ ਤੁਸੀਂ ਇਹਨਾਂ ਦਾ ਜੋ ਹੈ ਸਕਰੀਨਸ਼ਾਟ ਲੈ ਲੈਣਾ ਤਾਂ ਕਿ ਇਹ ਕਿਉਂਕਿ ਤੁਹਾਡੇ ਬੁੱਕ ਦੇ ਵਿੱਚ ਕੁਐਸਚਨ ਹੈਗਾ ਬਗਾਤੀ ਖੇਤੀ ਕੀ ਹੁੰਦੀ ਹੈਗੀ। ਠੀਕ ਹੈ ਰਾਜੇ, ਅੱਗੇ ਇਹ ਆਪਾਂ ਬਗਾਤੀ ਖੇਤੀ ਪੜ੍ਹ ਲਿਆ। ਹੁਣ ਸੰਘਣੀ ਤੇ ਵਿਸ਼ਾਲ ਖੇਤੀ ਕੀ ਹੁੰਦੀ ਹੈ? ਸੰਘਣੀ ਖੇਤੀ ਦੇ ਵਿੱਚ ਥੋੜ੍ਹੀ ਜ਼ਮੀਨ ਹੁੰਦੀ ਹੈ ਜਾਂ ਖੇਤਾਂ ਦਾ ਛੋਟਾ ਆਕਾਰ ਹੁੰਦਾ ਹੈ। ਵਿਸ਼ਾਲ ਖੇਤੀ ਦੇ ਵਿੱਚ ਜ਼ਮੀਨ ਦਾ ਵਿਸ਼ਾਲ ਆਕਾਰ ਹੁੰਦਾ ਹੈ। ਇਹਦੇ ਵਿੱਚ ਜੋ ਹੈ ਆਪਾਂ ਖਾਦਾਂ ਜੋ ਰੇਹਾਂ ਸਪਰੇਹਾਂ ਜਾਂ ਕੁਝ ਹੋਰ ਹੁੰਦੇ ਨੇ ਉਹਨਾਂ ਦੀ ਜ਼ਿਆਦਾ ਵਰਤੋਂ ਕਰਦੇ ਆਂਗੇ ਤਾਂ ਕਿ ਆਪਾਂ ਨੂੰ ਵੱਧ ਝਾੜ ਮਿਲ ਸਕੇ। ਠੀਕ ਹੈ, ਸਿੰਜਾਈ ਦੀ ਪੂਰੀ ਵਰਤੋਂ ਹੁੰਦੀ ਹੈ। ਇਹਦੇ ਵਿੱਚ ਮਸ਼ੀਨਾਂ ਤੇ ਹੈਲੀਕਾਪਟਰਾਂ ਦੀ ਮਦਦ ਦੇ ਨਾਲ ਜੋ ਹੈ ਖੇਤੀ ਕੀਤੀ ਜਾਂਦੀ ਹੈ, ਪਰ ਇੱਥੇ ਝਾੜ ਹੈ ਜੋ ਘੱਟ ਹੁੰਦਾ ਹੈ। ਇਸ ਤਰ੍ਹਾਂ ਦੀ ਜੋ ਖੇਤੀ ਹੈ ਇਹ USA, ਯੂਨਾਈਟਿਡ ਸਟੇਟਸ ਅਮਰੀਕਾ ਵਰਗੇ ਦੇਸ਼ਾਂ ਦੇ ਵਿੱਚ ਕੀਤੀ ਜਾਂਦੀ ਹੈ। ਅਜਿਹੀ ਖੇਤੀ ਹੈ ਜੋ ਆਪਣੇ ਪੰਜਾਬ ਦੇ ਵਿੱਚ ਕੀਤੀ ਜਾਂਦੀ ਹੈਗੀ। ਅੱਗੇ ਦੇਖੋ, ਗੁਜ਼ਾਰੇਬੰਦੀ ਤੇ ਵਪਾਰਕ ਕਿਸਮ ਦੀ ਖੇਤੀ।
ਗੁਜ਼ਾਰੇਬੰਦੀ ਖੇਤੀ ਕੀ ਹੈ? ਗੁਜ਼ਾਰੇਬੰਦੀ ਖੇਤੀ ਛੋਟੇ ਕਿਸਾਨਾਂ ਦੁਆਰਾ ਕੀਤੀ ਜਾਂਦੀ ਹੈ। ਜ਼ਿਆਦਾ ਵਪਾਰਕ ਕਿਸਮ ਦੀ ਖੇਤੀ ਹੈ ਜੋ ਜ਼ਿਆਦਾ ਜ਼ਮੀਨਾਂ ਵਾਲੇ ਕਿਸਾਨਾਂ ਕੋਲ ਕੀਤੀ ਜਾਂਦੀ ਹੈ। ਗੁਜ਼ਾਰੇਬੰਦੀ ਖੇਤੀ ਹੁੰਦੀ ਹੈ ਆਪਣੇ ਵੀ ਜਿੰਨੀ ਕੁ ਲੋੜ ਹੈ ਆਪਾਂ ਨੂੰ ਉਨੀ ਕਣਕ ਉਗਾ ਲਈ ਆਪਣੇ ਘਰ ਜੋਗੀ, ਜਾਂ ਥੋੜ੍ਹੀ ਬਹੁਤੀ ਜਿਵੇਂ ਕੱਪੜੇ ਆਪਣੇ ਆਪ ਗੈਸ ਚੁੱਲ੍ਹੇ ਦੀਆਂ ਜ਼ਰੂਰਤਾਂ ਹੁੰਦੀਆਂ ਉਹ ਪੂਰਾ ਕਰਨ ਦੇ ਲਈ ਥੋੜ੍ਹੀ ਜਿਹੀ ਵੇਚਤੀ, ਤਾਂ ਇਹ ਕੀ ਹੈ? ਗੁਜ਼ਾਰੇਬੰਦੀ ਖੇਤੀ ਹੈ। ਅਤੇ ਵਪਾਰਕ ਕਿਸਮ ਦੀ ਖੇਤੀ ਹੈ ਜੋ ਜ਼ਿਆਦਾ ਧਨ ਕਮਾਉਣ ਲਈ ਕੀਤੀ ਜਾਂਦੀ ਹੈ। ਮੰਡੀਆਂ ਵਿੱਚ ਵੇਚੀ ਨਹੀਂ ਜਾਂਦੀ ਅਤੇ ਇਹ ਮੰਡੀਆਂ ਵਿੱਚ ਵੇਚੀ ਜਾਂਦੀ ਹੈ। ਸੋ ਇਹ ਸੀਗਾ ਗੁਜ਼ਾਰੇਬੰਦੀ ਖੇਤੀ ਅਤੇ ਵਪਾਰਕ ਖੇਤੀ। ਮੈਂ ਇੱਕ ਵਾਰ ਫੇਰ ਕਹਿ ਦਿੰਦਾ ਕਿ ਤੁਸੀਂ ਇਸ ਦੇ ਸਕਰੀਨਸ਼ਾਟ ਲੈਂਦੇ ਰਹਿਣਾ ਤਾਂ ਕਿ ਤੁਹਾਨੂੰ ਦਿੱਕਤ ਨਾ ਆਵੇ ਕੋਈ। ਅੱਗੇ ਅਨਾਜ ਫਸਲਾਂ ਕਿਹੜੀਆਂ ਕਿਹੜੀਆਂ ਨੇ? ਤਾਂ ਇਹ ਅਨਾਜ ਫਸਲਾਂ ਨੇਗੀਆਂ ਚਾਵਲ, ਕਣਕ, ਮੱਕੀ, ਜਵਾਰ, ਬਾਜਰਾ, ਦਾਲਾਂ, ਤੇਲਾਂ ਦੇ ਬੀਜ। ਤਾਂ ਇਹ ਜੋ ਹੈ ਸਾਡਾ ਆਪਾਂ ਨੂੰ ਪਤਾ ਹੀ ਹੈ, ਇਹ ਸਾਉਣੀ ਦੀ ਫਸਲ ਆ ਗਈ। ਹੁਣ ਇਹ ਸਾਉਣੀ ਦੀ ਫਸਲ ਹੈ ਜਾਂ ਇਸ ਨੂੰ ਖਰੀਫ ਦੀ ਫਸਲ ਵੀ ਕਹਿ ਦਿੱਤਾ ਜਾਂਦਾ ਹੈ। ਇਹ ਹਾੜੀ ਦੀ ਫਸਲ ਆ ਗਈ, ਠੀਕ ਹੈ, ਇਹ ਹਾੜੀ ਦੀ ਫਸਲ ਆ ਗਈ। ਤਾਂ ਇਸ ਪਾਠ ਦੇ ਵਿੱਚ ਆਪਾਂ ਨੇ ਅਨਾਜ ਫਸਲਾਂ, ਰੇਸ਼ੇਦਾਰ ਫਸਲਾਂ, ਪੇ ਫਸਲਾਂ, ਇਹਨਾਂ ਬਾਰੇ ਆਪਾਂ ਇਸ ਪਾਠ ਦੇ ਵਿੱਚ ਪੜ੍ਹਾਂਗੇ। ਅੱਗੇ ਦੇਖਦੇ ਆਪਾਂ, ਇਸ ਦਾ ਤੁਸੀਂ ਸਕਰੀਨਸ਼ਾਟ ਲੈ ਲੈਣਾ। ਹੁਣ ਸਭ ਤੋਂ ਪਹਿਲੀ ਫਸਲ ਆਉਂਦੀ ਹੈ ਚਾਵਲ। ਚਾਵਲ ਸੰਸਾਰ ਵਿੱਚ ਸਭ ਤੋਂ ਵੱਧ ਜਿਹੜੇ ਚੌਲ ਨੇ ਉਹ ਚੀਨ ਪੈਦਾ ਕਰਦਾ ਹੈ। ਸੰਸਾਰ ਦਾ 36% ਹਿੱਸਾ ਚੌਲਾਂ ਦਾ ਉਹ ਚੀਨ ਤੋਂ ਲਿਆ ਜਾਂਦਾ ਹੈ, ਚੀਨ ਪੈਦਾ ਕਰਦਾ ਹੈ। ਇਹਨੂੰ ਖਰੀਫ ਦੀ ਫਸਲ ਵੀ ਕਿਹਾ ਜਾਂਦਾ ਹੈ ਜਾਂ ਫਿਰ ਸਾਉਣੀ ਦੀ ਫਸਲ ਵੀ ਕਹਿ ਦਿੱਤਾ ਜਾਂਦਾ। ਆਪਾਂ ਪਹਿਲਾਂ ਦੇਖ ਲਿਆ। ਭਾਰਤ ਦਾ ਸੰਸਾਰ 'ਚ ਦੂਜਾ ਸਥਾਨ ਹੈ। ਸੰਸਾਰ ਦਾ 20% ਚਾਵਲ ਭਾਰਤ ਪੈਦਾ ਕਰਦਾ ਹੈ। ਇਸ ਫਸਲ ਲਈ ਜੋ ਲੋੜੀਂਦਾ ਤਾਪਮਾਨ ਹੈ 20 ਤੋਂ 30 ਡਿਗਰੀ। ਅੱਜ ਆਪਾਂ ਨੂੰ ਜੋ ਟੈਂਪਰੇਚਰ ਚਾਹੀਦਾ ਹੁੰਦਾ 20 ਤੋਂ 30 ਡਿਗਰੀ ਦਾ ਟੈਂਪਰੇਚਰ ਹੈ ਜਿਹੜਾ ਝੋਨਾ ਲਾਉਣ ਵਾਸਤੇ ਚਾਹੀਦਾ ਹੈ। ਅੱਜ ਤੁਸੀਂ ਦੇਖ ਹੀ ਰਹੇ ਹੋ ਕਿ ਇਹ ਟਾਈਮ ਜੋ ਹੈ ਚੱਲ ਰਿਹਾ ਹੈ 20 ਤੋਂ 30 ਡਿਗਰੀ ਸੈਂਟੀਗ੍ਰੇਡ ਤਾਪਮਾਨ ਹੁੰਦਾ, ਕਈ ਵਾਰ ਵੱਧ ਵੀ ਜਾਂਦਾ, ਪਰ ਇਹਦੇ ਲਈ ਲੋੜੀਂਦਾ ਤਾਪਮਾਨ 20 ਤੋਂ 30 ਡਿਗਰੀ ਸੈਂਟੀਗ੍ਰੇਡ ਤੱਕ ਦਾ, ਸੈਲਸੀਅਸ ਤੱਕ ਦਾ ਚਾਹੀਦਾ ਹੈ। ਅੱਗੇ ਹੈ ਜੈਪੋਕਿਕਾ ਕਿਸਮ ਉਗਾ ਕੇ, ਜੈਪੋਕਿਕਾ ਕਿਸਮ, ਠੀਕ ਹੈ, ਇਹ ਜਾਪਾਨ ਦੀ ਇੱਕ ਝੋਨੇ ਦੀ ਕਿਸਮ ਹੈਗੀ, ਚਾਵਲਾਂ ਦੀ ਕਿਸਮ ਹੈ। ਇਹਦੇ ਤੋਂ ਬਹੁਤ ਉੱਚੀ ਪੈਦਾਵਾਰ ਜਾਪਾਨ ਹੈ ਜੋ ਲੈਂਦਾ ਹੈ। ਉਹ ਆਪਣੇ ਦੇਸ਼ ਦੇ ਵਿੱਚ ਚਾਵਲਾਂ ਦੀ ਜੋ ਹੈ ਲੋੜ ਨੂੰ, ਮੰਗ ਨੂੰ ਪੈਦਾ ਕਰਨ ਦੇ ਲਈ ਇਸ ਦੀ ਜੋ ਹੈ ਕਿਸਮ ਦੀ ਵਰਤੋਂ ਕਰਦਾ ਹੈਗਾ। ਪੰਜਾਬ ਵਿੱਚ ਚਾਵਲ ਦੀ ਪ੍ਰਤੀ ਹੈਕਟੇਅਰ ਪੈਦਾਵਾਰ ਦੇਸ਼ ਦੇ ਵਿੱਚ ਸਭ ਰਾਜਾਂ ਤੋਂ ਵੱਧ ਹੈ। ਭਾਵ ਕਹਿ ਦਈਏ ਵੀ 1 ਏਕੜ ਦੇ ਵਿੱਚ ਸਭ ਤੋਂ ਵੱਧ ਉਤਪਾਦਨ ਕਰਨ ਦਾ ਮਾਣ ਪੰਜਾਬ ਨੂੰ ਹਾਸਲ ਹੈ। ਵੱਧ ਝਾੜ ਲੈਂਦਾ ਪੰਜਾਬ ਥੋੜ੍ਹੀ ਜ਼ਮੀਨ ਦੇ ਵਿੱਚੋਂ। ਤਾਂ ਇਹ 12.2% ਚਾਵਲ ਪੈਦਾ ਕਰਦਾ ਹੈਗਾ। ਚੌਲਾਂ ਦੇ ਉਤਪਾਦਨ ਵਿੱਚ ਪੱਛਮੀ ਬੰਗਾਲ ਪਹਿਲੇ ਸਥਾਨ 'ਤੇ ਹੈ। ਪਹਿਲੇ ਸਥਾਨ 'ਤੇ ਭਾਵ ਇਹ ਹੈਗਾ ਕਿਉਂਕਿ ਪ੍ਰਤੀ ਹੈਕਟੇਅਰ ਝਾੜ ਤਾਂ ਜੋ ਲੈਂਦਾ ਪੰਜਾਬ ਵੱਧ, ਪਰ ਜੋ ਹੈ ਬੀਜਿਆ ਜਾਂਦਾ ਹੈਗਾ ਸਭ ਤੋਂ ਵੱਧ ਪੱਛਮੀ ਬੰਗਾਲ ਦੇ ਵਿੱਚ, ਠੀਕ ਹੈ, ਉੱਥੇ ਸਭ ਤੋਂ ਵੱਧ ਇਸ ਦੀ ਖੇਤੀ ਕੀਤੀ ਜਾਂਦੀ ਹੈ। ਅੱਗੇ ਤੁਹਾਨੂੰ ਸਵਾਲ ਹੈ ਕੱਦੂ ਕਰਨਾ ਕੀ ਹੁੰਦਾ ਹੈ? ਤਾਂ ਜਿਸ ਖੇਤ ਵਿੱਚ ਚਾਵਲ ਉਗਾਉਣੇ ਹੋਣ ਜਾਂ ਝੋਨਾ ਲਾਉਣਾ ਹੋਵੇ ਉਸ ਨੂੰ ਵਾਹ ਕੇ, ਪਾਣੀ ਲਾ ਕੇ, ਸੁਹਾਗਾ ਮਾਰ ਕੇ ਤਿਆਰ ਕੀਤਾ ਜਾਂਦਾ, ਇਹਨੂੰ ਕੱਦੂ ਕਰਨਾ ਕਹਿ ਦਿੰਦੇ ਨੇਗੇ। ਤਸਵੀਰ ਦੇ ਵਿੱਚ ਤੁਸੀਂ ਇਹ ਜੋ ਹੈ ਦੇਖ ਰਹੇ ਹੋ ਕਿਸਾਨ ਜੋ ਹੈ ਵਾਹਣ ਨੂੰ ਤਿਆਰ ਕਰ ਰਿਹਾ ਹੈਗਾ। ਪਾਣੀ ਦੇਖ ਰਹੇ ਹੋ ਤੁਸੀਂ, ਅਤੇ ਟਰੈਕਟਰ ਦੇ ਨਾਲ ਇਸ ਨੂੰ ਵਾਹ ਰਿਹਾ, ਮਿੱਟੀ ਪੋਲੀ ਕਰ ਰਿਹਾ ਹੈਗਾ, ਠੀਕ ਹੈ। ਤਾਂ ਇਸ ਨੂੰ ਕੀ ਹੁੰਦਾ ਹੈ? ਕੱਦੂ ਕਰਨਾ ਜਾਂ ਪੈਡਲਿੰਗ ਵੀ ਕਿਹਾ ਜਾਂਦਾ ਹੈ। ਤਾਂ ਅੱਗੇ ਜੋ ਹੈ ਕਿੱਥੇ ਕਿੱਥੇ ਜੋ ਹੈ ਚਾਵਲ ਪੈਦਾ ਕੀਤੇ ਜਾਂਦੇ ਨੇ, ਤਾਂ ਇਸ ਨੂੰ ਧਿਆਨ ਨਾਲ ਦੇਖੋ। ਕਣਕ ਅਤੇ ਚਾਵਲ, ਅਤੇ ਇੱਕ ਇਹ ਵਾਲਾ ਜਿੱਥੇ ਇੰਨੀ ਸਾਰੀ ਪੱਟੀ, ਇਹ ਵਾਲੀ ਪੱਟੀ ਹੈ ਜੋ ਇਹ ਕਣਕ ਅਤੇ ਚੌਲ ਪੈਦਾ ਕਰਨ ਦੇ ਲਈ ਜਾਣੀ ਜਾਂਦੀ ਹੈ। ਤਾਂ ਪੰਜਾਬ ਤੋਂ ਲੈ ਕੇ ਇੱਧਰ ਉੜੀਸਾ ਤੱਕ, ਫਿਰ ਤਾਮਿਲਨਾਡੂ ਦਾ ਕੁਝ ਹਿੱਸਾ, ਆਂਧਰਾ ਪ੍ਰਦੇਸ਼ ਦਾ, ਉੜੀਸਾ ਦਾ, ਇੱਧਰੋਂ ਮਹਾਰਾਸ਼ਟਰ ਦੇ ਵਿੱਚ ਕੁਝ ਹਿੱਸਾ, ਇਹ ਜੋ ਹੈ ਚਾਵਲ ਉਤਪਾਦਨ ਕਰਦੇ ਨੇ। ਇੰਨਾ ਕੁ ਹਿੱਸਾ ਹੈ ਜੋ ਪੰਜਾਬ, ਹਰਿਆਣਾ, ਬਿਹਾਰ ਦਾ ਕੁਝ ਹਿੱਸਾ ਜੋ ਹੈ ਕਣਕ ਦਾ ਉਤਪਾਦਨ ਕਰਦਾ ਹੈਗਾ। ਕਣਕ
ਕਣਕ ਉਤਪਾਦਨ ਵਿੱਚ ਚੀਨ ਤੋਂ ਬਾਅਦ ਭਾਰਤ ਦਾ ਪਹਿਲਾ ਸਥਾਨ ਹੈ, ਮਤਲਬ ਪਹਿਲੇ ਸਥਾਨ ਤੇ ਸਾਡੇ ਕੋਲੇ ਚੀਨ ਆਉਂਦਾ ਹੈ ਕਣਕ ਦਾ ਉਤਪਾਦਨ ਜਿਹੜਾ ਵੱਧ ਕਰਦਾ ਹੈ। ਭਾਰਤ ਵਿਸ਼ਵ ਦਾ 12% ਕਣਕ ਉਤਪਾਦਨ ਕਰਦਾ ਹੈ। ਭਾਰਤ ਦੀ ਕੁੱਲ ਖੇਤੀਯੋਗ ਭੂਮੀ ਦੇ ਲਗਭਗ 14% ਹਿੱਸੇ ਤੇ ਕਣਕ ਦੀ ਖੇਤੀ ਕੀਤੀ ਜਾਂਦੀ ਹੈ। ਜਿੰਨਾ ਆਪਣਾ ਜੋ ਹੈ ਕੁੱਲ ਹਿੱਸਾ ਹੈ ਖੇਤੀਯੋਗ ਦਾ, ਉਹਦਾ 14% ਹਿੱਸਾ ਅਸੀਂ ਕਣਕ ਦੇ ਉਤਪਾਦਨ ਵਾਸਤੇ, ਕਣਕ ਦੀ ਖੇਤੀ ਵਾਸਤੇ ਵਰਤਦੇ ਹਾਂ। ਸਭ ਤੋਂ ਵੱਧ ਜੋ ਭਾਰਤ ਦੇ ਵਿੱਚ ਕਣਕ ਪੈਦਾ ਕਰਨ ਵਾਲਾ ਰਾਜ ਹੈ ਉਹ ਉੱਤਰ ਪ੍ਰਦੇਸ਼ ਹੈ। ਪੰਜਾਬ ਕਣਕ ਦੀ ਸਭ ਤੋਂ ਵੱਧ ਪ੍ਰਤੀ ਹੈਕਟੇਅਰ, ਭਾਵ 1 ਏਕੜ ਦੇ ਵਿੱਚ ਸਭ ਤੋਂ ਵੱਧ ਝਾੜ ਲੈਂਦਾ ਹੈ ਕਣਕ ਦਾ ਪੰਜਾਬ, ਪ੍ਰਤੀ ਹੈਕਟੇਅਰ ਪੈਦਾਵਾਰ ਕਰਨ ਵਾਲਾ ਸੂਬਾ ਹੈ। ਕਣਕ ਉਗਾਉਣ ਲਈ ਲੋੜੀਂਦਾ ਤਾਪਮਾਨ 10 ਤੋਂ 20 ਡਿਗਰੀ ਸੈਲਸੀਅਸ ਆਪਾਂ ਨੂੰ ਪਤਾ ਹੀ ਹੈਗਾ। ਜਦੋਂ ਆਪਾਂ ਝੋਨਾ ਵੱਢਦੇ ਹਾਂ ਤਾਂ ਉਸ ਟਾਈਮ 'ਤੇ ਠੰਡ ਹੁੰਦੀ ਹੈਗੀ, ਠੰਡ ਹੋਣ ਲੱਗ ਜਾਂਦੀ ਹੈਗੀ, ਤਾਂ ਇਸ ਦੀ ਜਦੋਂ ਇਹਦੇ ਲਈ ਆਪਾਂ ਨੂੰ ਇਹ ਪਤਾ ਵੀ ਜਿਹੜਾ ਕੀ ਕਹਿੰਦੇ ਹੁੰਦੇ ਆਪਾਂ, ਓਸ ਦੀਆਂ ਬੂੰਦਾਂ ਹੁੰਦੀਆਂ ਨੇ, ਇਹਦੇ ਲਈ ਘਿਓ ਦਾ ਕੰਮ ਕਰਦੀਆਂ ਨੇਗੀਆਂ, ਠੀਕ ਹੈ। ਧੁੰਦ ਇਹਦੇ ਲਈ ਘਿਓ ਦਾ ਕੰਮ ਕਰਦੀ ਹੈ। ਤਾਂ ਠੰਡ ਦੀ ਫਸਲ ਹੈ ਤਾਂ 10 ਤੋਂ 20 ਡਿਗਰੀ ਸੈਲਸੀਅਸ ਹੈ ਜੋ ਇਹਦਾ ਤਾਪਮਾਨ ਜ਼ਰੂਰੀ ਹੈ। ਇਸ ਨੂੰ ਰੱਬੀ ਦੀ ਫਸਲ ਜਾਂ ਹਾੜੀ ਦੀ ਫਸਲ ਵੀ ਕਿਹਾ ਜਾਂਦਾ ਹੈ। ਹਰੀ ਕ੍ਰਾਂਤੀ ਦਾ ਸਭ ਤੋਂ ਜ਼ਿਆਦਾ ਪ੍ਰਭਾਵ ਕਣਕ ਅਤੇ ਚੌਲਾਂ ਦੀ ਖੇਤੀ 'ਤੇ ਪਿਆ, ਪਰੰਤੂ ਚੌਲਾਂ ਦੀ ਤੁਲਨਾ ਵਿੱਚ ਕਣਕ 'ਤੇ ਜ਼ਿਆਦਾ ਪ੍ਰਭਾਵ ਪਿਆ, ਕਿਉਂਕਿ ਕਣਕ ਦਾ ਜੋ ਹੈ ਉਤਪਾਦਨ ਲਗਾਤਾਰ ਵੱਧਦਾ ਗਿਆ, ਪੈਦਾਵਾਰ ਵੱਧਦੀ ਗਈ। ਹਰੀ ਕ੍ਰਾਂਤੀ ਦੇ ਲਈ ਜੋ ਸਭ ਤੋਂ ਜਿਨ੍ਹਾਂ ਦਾ ਵਿਸ਼ੇਸ਼ ਯੋਗਦਾਨ ਰਿਹਾ ਉਹ ਸੀਗੇ ਸਾਡੇ ਡਾਕਟਰ MS ਸਵਾਮੀਨਾਥਨ। ਤੁਸੀਂ ਇਹਨਾਂ ਦਾ ਨਾਮ ਯਾਦ ਰੱਖਣਾ, MS ਸਵਾਮੀਨਾਥਨ ਦਾ। ਕਣਕ ਦੀ ਖੇਤੀ ਲਈ ਮੈਦਾਨ ਜੋ ਹੈ ਸਮਤਲ, ਮਿੱਟੀ ਕਾਲੀ, ਲਾਲ ਜਾਂ ਦੋਮਟ ਹੋਣੀ ਚਾਹੀਦੀ ਹੈ, ਜਾਂ ਚੀਕਣੀ ਵੀ ਚੱਲ ਜਾਏਗੀ। ਅੱਗੇ ਹੈ ਮੱਕੀ। ਤਾਂ ਮੱਕੀ ਦੇ ਪੌਦੇ ਦੀ ਜੋ ਉਤਪਤੀ ਸੀ ਇਹ USA ਵਿੱਚ ਹੋਈ, ਯੂਨਾਈਟਿਡ ਸਟੇਟਸ ਅਮਰੀਕਾ ਦੇ ਵਿੱਚ ਹੋਈ। ਯੂਰਪ ਵਿੱਚ ਇਸ ਨੂੰ ਕ੍ਰਿਸਟੀਫਰ ਕੋਲੰਬਸ ਲੈ ਕੇ ਆਏ। ਮੱਕੀ ਤੋਂ ਅਲਕੋਹਲ, ਸ਼ਰਾਬ, ਗਲੂਕੋਜ਼, ਸਟਾਰਚ ਆਦਿ ਬਣਦੇ ਨੇ। ਮੱਕੀ ਦਾ ਸਭ ਤੋਂ ਵੱਧ ਉਤਪਾਦਨ USA ਯੂਨਾਈਟਿਡ ਸਟੇਟਸ ਅਮਰੀਕਾ ਕਰਦਾ ਹੈ, ਜੋ ਕਿ ਵਿਸ਼ਵ ਦਾ 50% ਹਿੱਸਾ ਹੈ। ਇੱਥੋਂ ਦੀ ਕਾਰਨ ਬੈਲਟ ਵਿਸ਼ਵ ਭਰ ਵਿੱਚ ਪ੍ਰਸਿੱਧ ਹੈ। ਇਸ ਨੂੰ ਉਗਾਉਣ ਲਈ ਲੋੜੀਂਦਾ ਤਾਪਮਾਨ 28 ਡਿਗਰੀ ਤੋਂ 27 ਡਿਗਰੀ ਸੈਲਸੀਅਸ ਹੈ। ਮੈਦਾਨ ਪੱਧਰਾ, ਜਲੌੜੀ ਜੋ ਮਿੱਟੀ ਹੈ ਉਹ ਜਲੌੜੀ, ਲਾਲ ਮਿੱਟੀ ਜਾਂ ਹੋਰ ਕਿਸੇ ਵੀ ਮਿੱਟੀ ਵਾਲਾ ਖੇਤਰ ਚੱਲ ਜਾਏਗਾ, ਇਹਦੇ ਲਈ ਕੋਈ ਮਿੱਟੀ ਜ਼ਿਆਦਾ ਮਹੱਤਵ ਨਹੀਂ ਰੱਖਦੀ, ਠੀਕ ਹੈ। ਘੱਟ ਮੀਂਹ ਵਾਲੇ ਇਲਾਕੇ 'ਚ ਮੱਕੀ ਉਗਾਈ ਜਾਂਦੀ ਹੈ, ਜਿੱਥੇ ਮੀਂਹ ਬਹੁਤ ਘੱਟ ਪੈਂਦਾ ਹੈ, ਜਿਵੇਂ ਰਾਜਸਥਾਨ, ਕਰਨਾਟਕ, ਰਾਜਸਥਾਨ ਦੇ ਵਿੱਚ ਜਾਂ ਕਰਨਾਟਕ ਦਾ ਕੁਝ ਹਿੱਸਾ, ਮੱਧ ਪ੍ਰਦੇਸ਼ ਦਾ ਕੁਝ ਹਿੱਸਾ, ਜਿੱਥੇ ਮੀਂਹ ਨਹੀਂ ਪੈਂਦਾ ਉੱਥੇ ਕੀ ਹੈ ਮੱਕੀ ਪੈਦਾ ਕੀਤੀ ਜਾਂਦੀ ਹੈ। ਇਹਨਾਂ ਦਾ ਮੱਕੀ ਦਾ ਜੋ ਸਭ ਤੋਂ ਭੈੜਾ ਰੋਗ ਹੈ ਵਾਈਟ ਬੱਡ ਹੈ, ਠੀਕ ਹੈ। ਇਹਨੂੰ ਕੋਰਾ ਬਿਲਕੁਲ ਨਹੀਂ ਹੋਣਾ ਚਾਹੀਦਾ ਜਿੱਥੇ ਇਸ ਦੀ ਖੇਤੀ ਕੀਤੀ ਜਾਵੇ। ਤਾਂ ਪੰਜਾਬ ਵਿੱਚ ਮੱਕੀ ਦੀ ਇਸ ਸਮੇਂ ਜੋ ਪੈਦਾਵਾਰ ਹੈ ਉਹ ਘਟਦੀ ਜਾ ਰਹੀ ਹੈ। ਤੁਸੀਂ ਇਸ ਦਾ ਸਕਰੀਨਸ਼ਾਟ ਲੈ ਲੈਣਾ ਅਤੇ ਇਸ ਨੂੰ ਆਪਣੀ ਨੋਟਬੁੱਕਸ 'ਤੇ ਨੋਟ ਕਰ ਲੈਣਾ। ਅੱਗੇ ਤੁਹਾਡੇ ਹੈ ਕਿ ਰੇਸ਼ੇਦਾਰ ਫਸਲਾਂ ਕੀ ਹੁੰਦੀਆਂ ਨੇ। ਰੇਸ਼ੇਦਾਰ ਫਸਲਾਂ ਜੋ ਰੇਸ਼ੇ ਤੋਂ ਬਣਦੀਆਂ ਨੇ। ਰੇਸ਼ਾ ਕਿਹਨਾਂ ਤੋਂ ਮਿਲਦਾ ਹੈ ਸਾਨੂੰ? ਜਾਨਵਰਾਂ ਤੋਂ ਮਿਲਦਾ ਅਤੇ ਪੌਦੇ ਤੋਂ ਮਿਲਦਾ। ਕਿਉਂਕਿ ਅਸੀਂ ਫਸਲਾਂ ਦੀ ਗੱਲ ਕਰ ਰਹੇ ਹਾਂ ਤਾਂ ਇੱਥੇ ਅਸੀਂ ਪੌਦਿਆਂ ਤੋਂ ਜੋ ਰੇਸ਼ੇ ਮਿਲਦੇ ਨੇ ਉਹਨਾਂ ਬਾਰੇ ਪੜ੍ਹਾਂਗੇ। ਜਾਨਵਰਾਂ ਤੁਸੀਂ ਜਾਣਦੇ ਹੋ ਕਿ ਸ਼ਹਿਤੂਤ ਦਾ ਕੀੜਾ ਜਾਂ ਫਿਰ ਉੱਨ ਵਾਲੇ ਜਾਨਵਰ ਨੇ, ਜਿਵੇਂ ਊਠ, ਭੇਡਾਂ, ਇਹਨਾਂ ਤੋਂ ਆਪਾਂ ਕੀ ਉੱਨ ਲੈਂਦੇ ਹੈਗੇ। ਤਾਂ ਪਰ ਇੱਥੇ ਆਪਾਂ ਜੋ ਹੈ ਕਿਉਂਕਿ ਖੇਤੀਬਾੜੀ ਦੀ ਗੱਲ ਕਰ ਰਹੇ ਹਾਂ ਤਾਂ ਖੇਤੀਬਾੜੀ ਦੇ ਵਿੱਚ ਅਸੀਂ ਪੌਦਿਆਂ ਤੋਂ ਜੋ ਲਏ ਜਾਂਦੇ ਨੇ ਰੇਸ਼ੇ ਉਹਨਾਂ ਬਾਰੇ ਪੜ੍ਹਾਂਗੇ, ਜਿਵੇਂ ਕਿ ਕਪਾਹ ਅਤੇ ਪਟਸਨ। ਕਪਾਹ ਦਾ ਪ੍ਰਯੋਗ ਕੱਪੜਾ ਬਣਾਉਣ ਲਈ ਕੀਤਾ ਜਾਂਦਾ ਹੈ। ਰੇਸ਼ੇ ਦੇ ਆਧਾਰ 'ਤੇ 3 ਪ੍ਰਕਾਰ ਦੀ ਹੁੰਦੀ ਹੈ। ਲੰਬੇ ਰੇਸ਼ੇ ਵਾਲੀ, ਇਸ ਨੂੰ ਨੋਟ ਕਰ ਲੈਣਾ, ਕੁਐਸਚਨ ਵੀ ਹੈ। ਲੰਬੇ ਰੇਸ਼ੇ ਵਾਲੀ, ਮੱਧ ਦਰਜੇ ਵਾਲੀ, ਛੋਟੇ ਰੇਸ਼ੇ ਵਾਲੀ। ਤਾਂ ਕਪਾਹ ਲਈ ਲੋੜੀਂਦਾ ਤਾਪਮਾਨ 20 ਡਿਗਰੀ ਸੈਲਸੀਅਸ ਤੋਂ 30 ਡਿਗਰੀ ਸੈਲਸੀਅਸ ਤੱਕ ਚਾਹੀਦਾ। ਹੁਣ ਤੁਹਾਨੂੰ ਪਤਾ ਕਿ ਕਈ ਲੋਕ ਝੋਨਾ ਲਾ ਰਹੇ ਹੋਣਗੇ, ਕਈ ਲੋਕ ਜੋ ਹੈ ਇਸ ਸਮੇਂ ਕਪਾਹ ਬੀਜ ਰਹੇ ਹੋਣਗੇ। ਤਾਂ ਘੱਟੋ ਘੱਟ 200 ਦਿਨ ਕੋਰਾ ਰਹਿਤ ਇਸ ਦੀ ਫਸਲ ਦੇ ਲਈ ਮਿਲਣੇ ਚਾਹੀਦੇ ਨੇ। ਕਪਾਹ ਲਈ ਕਾਲੀ ਮਿੱਟੀ ਉਪਯੋਗੀ ਹੈ। USA ਸੰਸਾਰ ਵਿੱਚ ਕਪਾਹ ਦਾ ਸਭ ਤੋਂ ਵੱਡਾ ਉਤਪਾਦਕ ਹੈ। ਦੂਜੇ ਨੰਬਰ 'ਤੇ ਚੀਨ ਅਤੇ ਤੀਜਾ ਸਥਾਨ ਭਾਰਤ ਦਾ ਹੈ। ਪੰਜਾਬ, ਹਰਿਆਣਾ ਮਿਲ ਕੇ ਦੇਸ਼ ਦੀ ਲਗਭਗ 25% ਕਪਾਹ ਜੋ ਪੈਦਾ ਕਰਦੇ ਨੇ। ਕਪਾਹ ਨੂੰ ਚਿੱਟਾ ਸੋਨਾ ਵੀ ਕਿਹਾ ਜਾਂਦਾ ਹੈ। ਮਾਲਵਾ ਪੱਟੀ ਕਾਟਨ ਬੈਲਟ ਕਰਕੇ ਵੀ ਜਾਣੀ ਜਾਂਦੀ ਹੈ। ਤਾਂ ਅੱਗੇ ਹੈ ਪਟਸਨ। ਇਸ ਨੂੰ ਧਿਆਨ ਨਾਲ ਸੁਣਿਓ।
ਪਟਸਨ ਨੜ ਵਰਗਾ ਪਤਲਾ ਤੇ ਲੰਬਾ ਪੌਦਾ ਹੁੰਦਾ ਹੈ ਜਿਹੜਾ 10-12 ਫੁੱਟ ਦੀ ਉਚਾਈ ਤੱਕ ਵੱਧਦਾ ਹੈ। ਪਟਸਨ ਖੁਰਦਰਾ ਤੇ ਨਰਮ ਰੇਸ਼ਾ ਹੁੰਦਾ ਹੈ। ਇਸ ਦੀ ਵਰਤੋਂ ਰੱਸੇ, ਬੋਰੀਆਂ, ਟਾਟ ਬਣਾਉਣ ਲਈ ਕੀਤੀ ਜਾਂਦੀ ਹੈ। ਇਹ ਹੈ ਪਟਸਨ ਦਾ ਪੌਦਾ। ਇਹ ਦੇਖੋ ਤੁਸੀਂ, ਇਸ ਦੀ ਲੰਬਾਈ 10-12 ਫੁੱਟ ਦੇ ਕਰੀਬ ਹੈ, ਠੀਕ ਹੈ, ਤੇ ਇਹ ਪਤਲਾ ਹੈਗਾ, ਨੜ ਵਰਗਾ ਹੈਗਾ। ਦੂਜੀ ਗੱਲ ਜੋ ਹੈ ਇਹਦੀ ਵਰਤੋਂ ਬੋਰੀਆਂ, ਜਿਵੇਂ ਜਿਨ੍ਹਾਂ ਨੂੰ ਆਪਾਂ ਕਣਕ ਆਟਾ ਦਾਲ ਸਕੀਮ ਅਧੀਨ ਕੁਝ ਮਿਲਦੀਆਂ ਨੇ, ਜਾਂ ਫਿਰ ਹਾਂ ਜਦੋਂ ਆਪਾਂ ਜੀਰੀ ਜਾਂ ਕਣਕ ਦੀਆਂ ਬੋਰੀਆਂ ਬੰਨ੍ਹਦੇ ਹਾਂ ਤਾਂ ਉਹ ਜਿਹੜੀਆਂ ਬੋਰੀਆਂ ਦੇ ਵਿੱਚ ਉਹ ਪਾਇਆ ਜਾਂਦਾ ਹੁੰਦਾ ਗਾ, ਬਰਾਊਨ ਕਲਰ ਦੀਆਂ ਬੋਰੀਆਂ ਹੁੰਦੀਆਂ ਨੇ, ਉਹ ਪਟਸਨ ਦੀਆਂ ਹੁੰਦੀਆਂ ਨੇਗੀਆਂ, ਠੀਕ ਹੈ ਰਾਜੇ। ਪਟਸਨ ਲਈ ਲੋੜੀਂਦਾ ਤਾਪਮਾਨ ਹੈ ਜੋ 24 ਤੋਂ 35 ਡਿਗਰੀ ਸੈਲਸੀਅਸ ਚਾਹੀਦਾ ਗਾ। ਤਾਂ ਇੰਨਾ ਤਾਪਮਾਨ ਮਿਲਦਾ ਕਿੱਥੇ ਹੈ? ਇਹ ਮਿਲਦਾ ਬੰਗਲਾਦੇਸ਼ ਦੇ ਵਿੱਚ, ਠੀਕ ਹੈ। ਬੰਗਲਾਦੇਸ਼, ਭਾਰਤ ਅਤੇ ਸਭ ਤੋਂ ਵੱਧ ਮਿਲਦਾ ਪੱਛਮੀ ਬੰਗਾਲ ਦੇ ਵਿੱਚ। ਅਜਿਹਾ ਟੈਂਪਰੇਚਰ ਇੱਥੇ ਮਿਲਦਾ। ਤਾਂ 120 ਸੈਂਟੀਮੀਟਰ ਤੋਂ, ਇਕੱਲਾ ਟੈਂਪਰੇਚਰ ਨਹੀਂ, ਇੰਨਾ ਟੈਂਪਰੇਚਰ ਥੋੜ੍ਹਾ ਬਹੁਤ ਆਪਣੇ ਵੀ ਹੋ ਜਾਂਦਾ, ਪਰ ਇੱਥੇ 120 ਸੈਂਟੀਮੀਟਰ ਤੋਂ 150 ਸੈਂਟੀਮੀਟਰ ਤੱਕ ਵਰਖਾ ਅਤੇ 80 ਤੋਂ 90% ਸਾਪੇਖ ਨਮੀ ਚਾਹੀਦੀ ਹੈ, ਠੀਕ ਹੈ। ਨਮੀ ਵਾਲੇ ਇਲਾਕੇ ਦੇ ਵਿੱਚ ਅਤੇ ਵਰਖਾ ਵਾਲੇ ਇਲਾਕੇ ਦੇ ਵਿੱਚ ਜੋ ਹੈ 150 ਸੈਂਟੀਮੀਟਰ ਤੱਕ ਦੀ ਵਰਖਾ ਜਿੱਥੇ ਹੁੰਦੀ ਹੈ ਉੱਥੇ ਪਟਸਨ ਉਗਾਇਆ ਜਾਂਦਾ ਹੈ। ਜਲੌੜੀ ਅਤੇ ਚੀਕਣੀ ਮਿੱਟੀ ਪਟਸਨ ਲਈ ਲਾਹੇਵੰਦ ਹੈ। ਪਟਸਨ ਨੂੰ ਆਮ ਤੌਰ 'ਤੇ ਫਰਵਰੀ ਮਾਰਚ ਦੇ ਮਹੀਨੇ ਬੀਜਿਆ ਜਾਂਦਾ ਹੈ। ਅਕਤੂਬਰ ਮਹੀਨੇ ਤੱਕ ਕੱਟ ਲਿਆ ਜਾਂਦਾ ਹੈ। ਕਈ ਜਲਦੀ ਤਿਆਰ ਹੋਣ ਵਾਲੀਆਂ ਕਿਸਮਾਂ ਵੀ ਉਗਾਈਆਂ ਜਾ ਰਹੀਆਂ ਨੇ। ਪਟਸਨ ਦੀ ਫਸਲ ਕੱਟਣ ਤੋਂ ਬਾਅਦ ਇਸ ਨੂੰ ਗੱਠਾਂ ਵਿੱਚ ਬੰਨ੍ਹ ਕੇ ਖੜ੍ਹੇ ਪਾਣੀ ਦੇ ਹੇਠਾਂ 2-3 ਹਫ਼ਤੇ ਵਾਸਤੇ ਰੱਖਿਆ ਜਾਂਦਾ ਹੈ। ਜਦੋਂ ਪੌਦੇ ਦਾ ਰੇਸ਼ਾ ਨਰਮ ਹੋ ਕੇ ਉਤਰਨਯੋਗ ਹੋ ਜਾਂਦਾ ਹੈ ਤਾਂ ਉਸ ਸਮੇਂ ਇਸ ਨੂੰ ਪਾਣੀ ਵਿੱਚੋਂ ਕੱਢ ਕੇ ਸੁਕਾ ਲਿਆ ਜਾਂਦਾ ਹੈ। ਇਸ ਤੋਂ ਬਾਅਦ ਇਸ ਨਾਲੋਂ ਰੇਸ਼ਾ ਅਲੱਗ ਕੀਤਾ ਜਾਂਦਾ ਹੈ। ਇਸ ਨੂੰ ਸਾਫ਼ ਕਰਕੇ ਵੱਖ-ਵੱਖ ਤਰ੍ਹਾਂ ਦੀ ਵਰਤੋਂ ਵਿੱਚ ਲਿਆਂਦਾ ਜਾਂਦਾ ਹੈ। ਇਹ ਕੁਐਸਚਨ ਹੈ ਰਾਜੇ ਪਟਸਨ ਦੀ ਵਰਤੋਂ ਬਾਰੇ, ਤਾਂ ਇਸ ਨੂੰ ਤੁਸੀਂ ਸਕਰੀਨਸ਼ਾਟ ਲੈ ਕੇ ਰੱਖ ਲੈਣਾ। ਸੰਸਾਰ 'ਚ ਸਭ ਤੋਂ ਵੱਧ ਜੋ ਚੀਨ ਪਟਸਨ ਦਾ ਉਤਪਾਦਨ ਕਰਦਾ ਹੈ। ਦੂਜੇ ਸਥਾਨ 'ਤੇ ਭਾਰਤ ਅਤੇ ਬੰਗਲਾਦੇਸ਼ ਹੈ। ਭਾਰਤ ਵਿੱਚ ਸਭ ਤੋਂ ਵੱਧ ਉਤਪਾਦਨ ਕਰਨ ਵਾਲਾ ਜੋ ਹੈ ਪੱਛਮੀ ਬੰਗਾਲ ਹੈ, ਜੋ ਪੂਰੇ ਦੇਸ਼ ਦਾ 80% ਉਤਪਾਦਨ ਕਰਦਾ ਹੈ। ਤਾਂ ਇਹ ਜੋ ਹੈ ਰੇਸ਼ੇਦਾਰ ਫਸਲਾਂ ਇੰਪੋਰਟੈਂਟ ਫਸਲਾਂ ਨੇ। ਇਹਨਾਂ ਦੇ ਜੋ ਹੈ ਪੁੱਛ ਲਏ ਜਾਂਦੇ ਕਿ ਲੋੜੀਂਦਾ ਤਾਪਮਾਨ ਕੀ ਹੈ, ਕਿੰਨੀ ਵਰਖਾ ਚਾਹੀਦੀ ਹੈ, ਕਿਹੜੀ ਮਿੱਟੀ ਚਾਹੀਦੀ ਹੈ ਇਹਦੇ ਵਾਸਤੇ। ਅੱਗੇ ਨੇ ਪੇਅ ਫਸਲਾਂ। ਪੇਅ ਫਸਲਾਂ ਹੁੰਦੀਆਂ ਨੇ, ਜਿਵੇਂ ਇਹਨਾਂ ਨੂੰ ਬੀਵਰੇਜ ਕ੍ਰੌਪਸ ਵੀ ਕਹਿ ਦਿੱਤਾ ਜਾਂਦਾ, ਜਿਵੇਂ ਚਾਹ, ਕੌਫੀ, ਕੋਕੋ। ਚਾਹ ਦੀ ਪੈਦਾਵਾਰ ਸਭ ਤੋਂ ਪਹਿਲਾਂ ਚੀਨ ਵਿੱਚ 6ਵੀਂ ਸਦੀ ਦੇ ਅੰਦਰ ਸ਼ੁਰੂ ਹੋਈ ਸੀ। ਫਿਰ ਇਸ ਨੂੰ ਜਾਪਾਨ ਵਿੱਚ ਅਤੇ ਬਾਅਦ ਵਿੱਚ 17ਵੀਂ ਸਦੀ 'ਚ ਬ੍ਰਿਟੇਨ ਅਤੇ ਹੋਰ ਯੂਰਪੀ ਦੇਸ਼ਾਂ ਵਿੱਚ ਚਾਹ ਦੀ ਮੰਗ ਕੀਤੀ ਜਾਣ ਲੱਗੀ, ਚਾਹ ਪੀਤੀ ਜਾਣ ਲੱਗੀ। ਹਰੀ ਅਤੇ ਕਾਲੀ ਚਾਹ ਦੀਆਂ 2 ਕਿਸਮਾਂ ਨੇ। ਚਾਹ ਦੀ ਪੈਦਾਵਾਰ ਲਈ 20 ਤੋਂ 30 ਡਿਗਰੀ ਸੈਲਸੀਅਸ ਜੋ ਹੈ ਤਾਪਮਾਨ ਚਾਹੀਦਾ ਹੈ। ਤਾਂ ਤੁਸੀਂ ਇਹ ਵੀ ਕਹੋਗੇ ਵੀ ਚਾਹ ਸਾਡੇ ਕਿਉਂ ਨਹੀਂ ਬੀਜੀ ਜਾਂਦੀ? ਸਾਡੇ ਵੀ ਤਾਂ 20 ਤੋਂ 30 ਡਿਗਰੀ ਜੋ ਤਾਪਮਾਨ ਹੈ ਹੁਣ ਇਸ ਟਾਈਮ ਮਿਲ ਜਾਂਦਾ ਹੈ, ਪਰ ਨਹੀਂ। ਇੱਥੇ ਜੋ ਧਰਾਤਲ ਹੈ ਉਹ ਢਲਾਣਦਾਰ ਹੋਣਾ ਚਾਹੀਦਾ ਅਤੇ ਵਰਖਾ 150 ਸੈਂਟੀਮੀਟਰ ਤੋਂ 300 ਸੈਂਟੀਮੀਟਰ ਹੋਣੀ ਚਾਹੀਦੀ ਹੈ, ਠੀਕ ਹੈ ਰਾਜੇ। ਧਰਾਤਲ ਢਲਾਣਦਾਰ ਹੋਣਾ ਚਾਹੀਦਾ ਹੈਗਾ। ਤਾਂ ਸਾਨੂੰ ਇੱਥੇ ਕਣਕ ਅਤੇ ਝੋਨਾ ਅਸੀਂ ਜ਼ਿਆਦਾ ਬੀਜਦੇ ਤਾਂ ਕਣਕ ਦੇ ਲਈ 50 ਸੈਂਟੀਮੀਟਰ ਤੋਂ 100 ਸੈਂਟੀਮੀਟਰ ਵਰਖਾ ਚਾਹੀਦੀ ਹੁੰਦੀ ਹੈ, ਅਤੇ ਜੋ ਹੈ 100 ਤੋਂ 200 ਸੈਂਟੀਮੀਟਰ ਵਰਖਾ ਚਾਹੀਦੀ ਹੁੰਦੀ ਹੈ ਚਾਵਲਾਂ ਦੇ ਲਈ। ਪਰ ਇੱਥੇ ਜੋ ਹੈ ਵਰਖਾ ਦਾ ਜੋ ਪੱਧਰ ਹੈ ਸਾਨੂੰ 300 ਸੈਂਟੀਮੀਟਰ ਤੱਕ ਦਾ ਚਾਹੀਦਾ, 150 ਤੋਂ, ਠੀਕ ਹੈ। ਤਾਂ ਇੱਥੇ ਚਾਹ ਪੰਜਾਬ ਦੇ ਵਿੱਚ ਨਹੀਂ ਉਗਾਈ ਜਾ ਸਕਦੀ। ਚਾਹ ਦੇ ਪੌਦੇ ਦੀ ਸਾਂਭ ਸੰਭਾਲ, ਵਰਖਾ ਦੀ ਵੰਡ, ਚਾਹ ਦੇ ਪੌਦੇ ਦੀ ਸਾਂਭ ਸੰਭਾਲ ਕਿਵੇਂ ਕੀਤੀ ਜਾਵੇ? ਵਰਖਾ ਦੀ ਵੰਡ ਸਾਲ 'ਚ 1 ਸਾਰ ਹੋਣੀ ਚਾਹੀਦੀ ਹੈ। ਵਰਖਾ ਦਾ ਪਾਣੀ ਜੜ੍ਹਾਂ 'ਚ ਨਹੀਂ ਖੜਨਾ ਚਾਹੀਦਾ। ਸਹੀ ਵਿਕਾਸ ਲਈ ਕਾਂਟ ਛਾਂਟ ਜ਼ਰੂਰੀ ਹੈ। ਇੰਨਾ ਗੱਲ ਕਿਉਂਕਿ ਸਾਡਾ ਤਾਂ ਮੈਦਾਨ ਪੱਧਰ ਹੈਗਾ, ਹੁਣ ਇੱਥੇ ਤਾਂ ਪਾਣੀ ਜੜ੍ਹਾਂ 'ਚ ਖੜ੍ਹ ਜੂਗਾ, ਤਾਂ ਅਸੀਂ ਇੱਥੇ ਜੜ੍ਹਾਂ 'ਚ ਪਾਣੀ ਖੜ੍ਹਨ ਨਹੀਂ ਦੇਣਾ, ਉੱਥੇ ਚਾਹ ਹੋਊਗੀ। ਸੰਸਾਰ 'ਚ ਸਭ ਤੋਂ ਵੱਧ ਚਾਹ ਪੈਦਾ ਕਰਨ ਵਾਲਾ ਇਸ ਸਮੇਂ ਭਾਰਤ ਹੈ। ਭਾਰਤ 'ਚ ਇਸ ਦੀ ਸ਼ੁਰੂਆਤ 1840 ਈਸਵੀ 'ਚ ਅਸਾਮ ਦੀ ਬ੍ਰਹਮਪੁੱਤਰ ਘਾਟੀ 'ਚ ਹੋਈ ਸੀ। ਇਸ ਵਿੱਚ ਕੈਫੀਨ ਅਤੇ ਟੈਨਨ ਦੀ ਮਾਤਰਾ ਪਾਈ ਜਾਂਦੀ ਹੈ। ਸ਼੍ਰੀਲੰਕਾ ਸੰਸਾਰ 'ਚ ਚਾਹ ਦੇ ਉਤਪਾਦਨ 'ਚ ਤੀਜੇ ਸਥਾਨ 'ਤੇ ਹੈ। ਤਾਈਵਾਨ ਦੀ ਉਲਾਂਗ ਚਾਹ, ਇਸ ਨੂੰ ਯਾਦ ਰੱਖਿਓ, ਉਲਾਂਗ ਚਾਹ ਮਸ਼ਹੂਰ ਹੈ ਪੂਰੇ ਵਿਸ਼ਵ ਦੇ ਵਿੱਚ, ਸਵਾਦ ਲਈ ਜਾਣੀ ਜਾਂਦੀ ਹੈ। ਇਕੱਲਾ ਅਸਾਮ ਹੈ ਜੋ ਭਾਰਤ ਦੀ ਕੁੱਲ ਚਾਹ ਦਾ 51% ਹਿੱਸਾ ਪੈਦਾ ਕਰਦਾ ਹੈ। ਨੀਲਗਿਰੀ ਅਤੇ ਅਨਾਇਮਲਾਈ ਜੋ ਦੱਖਣ ਦੇ ਵੱਲ ਨੇ। ਨੀਲਗਿਰੀ ਦੀਆਂ ਪਹਾੜੀਆਂ
ਜੋ ਹੈ ਕਰਨਾਟਕ ਤਾਮਿਲਨਾਡੂ ਦੇ ਵਿੱਚ ਦੋਨਾਂ ਸਾਈਡ 'ਤੇ ਪਾਈ ਜਾਂਦੀਆਂ ਨੇ। ਦੱਖਣ ਦੇ ਵੱਲ ਨੇ ਅਨਾਈਮਲਾਈ ਦੀਆਂ ਪਹਾੜੀਆਂ, ਇੱਥੇ ਜੋ ਹੈ ਚਾਹ ਦੀ ਖੇਤੀ ਕੀਤੀ ਜਾਂਦੀ ਹੈ। ਅੱਗੇ ਹੈ ਕੌਫੀ। ਅਫਰੀਕਾ ਮਹਾਂਦੀਪ ਕੌਫੀ ਦੇ ਪੌਦੇ ਦਾ ਜਨਮਦਾਤਾ ਹੈ। ਅਫਰੀਕਾ ਦੇ ਦੇਸ਼ ਇਥੋਪੀਆ ਤੋਂ ਇਸ ਦੀ ਸ਼ੁਰੂਆਤ ਹੋਈ ਸੀ। ਕੌਫੀ ਵਿੱਚ ਕੈਫੀਨ ਨਾਂ ਦਾ ਨਸ਼ੀਲਾ ਪਦਾਰਥ ਹੁੰਦਾ ਹੈ ਜੋ ਉਤੇਜਨਾ ਪੈਦਾ ਕਰਦਾ ਹੈ। ਤਾਂ ਕੌਫੀ ਦਾ ਜਨਮਦਾਤਾ ਕੌਣ ਹੈ? ਅਫਰੀਕਾ ਮਹਾਂਦੀਪ। ਕੌਫੀ ਦੀਆਂ ਕਿਸਮਾਂ ਅਰੇਬਿਕ, ਰੋਬਸਟਾ, ਲਾਇਬੇਰਿਕਾ, ਇਸ ਦੀਆਂ ਜੋ ਹੈ ਕਿਸਮਾਂ ਨੇ। ਕੌਫੀ ਲਈ ਲੋੜੀਂਦਾ ਤਾਪਮਾਨ 15 ਡਿਗਰੀ ਤੋਂ 28 ਡਿਗਰੀ ਸੈਲਸੀਅਸ ਤੱਕ ਦਾ ਚਾਹੀਦਾ ਹੈ। ਵਰਖਾ 100 ਸੈਂਟੀਮੀਟਰ ਤੋਂ 200 ਸੈਂਟੀਮੀਟਰ ਹੋਣੀ ਚਾਹੀਦੀ ਹੈ। ਧਰਾਤਲ ਹੈ ਜੋ ਢਲਾਣ ਵਾਲਾ ਹੋਣਾ ਚਾਹੀਦਾ ਹੈ। ਇਹਦੀ ਸਾਂਭ ਸੰਭਾਲ ਲਈ ਜੋ ਹੈ ਛੰਗਾਈ, ਖਾਦਾਂ, ਸਿੰਚਾਈ ਦੀ ਲੋੜ ਪੈਂਦੀ ਹੈ। ਗਰਮ ਅਤੇ ਧੁੱਪ ਦਾ ਮੌਸਮ ਚਾਹੀਦਾ ਹੈ। ਪੌਦੇ ਦੀ ਉਚਾਈ ਲਗਭਗ 8 ਫੁੱਟ ਤੱਕ ਰੱਖੀ ਜਾਂਦੀ ਹੈ। ਬ੍ਰਾਜ਼ੀਲ ਸੰਸਾਰ ਦਾ ਚੌਥਾ ਹਿੱਸਾ ਕੌਫੀ ਦਾ ਪੈਦਾ ਕਰਦਾ ਹੈ, ਯਾਨੀ ਕਿ ਸਭ ਤੋਂ ਵੱਧ ਪੈਦਾ ਕਰਨ ਦਾ ਜੋ ਹੈ ਰਿਕਾਰਡ ਹੈ ਬ੍ਰਾਜ਼ੀਲ ਦਾ। ਭਾਰਤ ਸੰਸਾਰ ਦੀ 2.5% ਜੋ ਹੈ ਕੌਫੀ ਪੈਦਾ ਕਰਦਾ ਹੈ। ਸਭ ਤੋਂ ਵੱਧ ਕਰਨਾਟਕ ਵਿੱਚ ਕੌਫੀ ਪੈਦਾ ਕੀਤੀ ਜਾਂਦੀ ਹੈ। ਲਾਸਟ ਜੋ ਪੁਆਇੰਟ ਹੈ ਸਾਡਾ ਉਹ ਹੈ USA ਦੀ ਖੇਤੀ ਅਤੇ ਪੰਜਾਬ ਦੀ ਖੇਤੀ। USA ਵਿੱਚ ਲਗਭਗ 3% ਲੋਕ ਹੀ ਖੇਤੀ ਕਰਦੇ ਨੇਗੇ। ਬਾਕੀ ਸਾਰੇ ਲੋਕ ਉਦਯੋਗਾਂ 'ਚ ਲੱਗੇ ਹੋਏ ਨੇ, ਕਿਉਂਕਿ ਉੱਥੇ ਖੇਤੀ 'ਤੇ ਬਹੁਤ ਹਿੱਸਾ ਜੋ ਘੱਟ ਨਿਰਭਰ ਹੈਗਾ। ਖੇਤੀ ਦੇਸ਼ ਦੇ ਲਗਭਗ 20% ਹਿੱਸੇ 'ਤੇ ਕੀਤੀ ਜਾਂਦੀ ਹੈ। ਇੱਥੇ ਖੇਤਾਂ ਦਾ ਆਕਾਰ ਬਹੁਤ ਵੱਡਾ ਹੈ। ਇੱਕ ਫਾਰਮ ਦਾ ਆਕਾਰ 700 ਏਕੜ ਹੈ, ਜਿਸ ਕਰਕੇ ਖੇਤੀ ਮਸ਼ੀਨਾਂ ਨਾਲ ਕੀਤੀ ਜਾਂਦੀ ਹੈ। ਫਸਲ ਦੀ ਬਿਜਾਈ ਤੋਂ ਵੇਚਣ ਲਈ ਮੰਡੀਆਂ ਤੱਕ ਜਾਣ ਦਾ ਜੋ ਸਾਰਾ ਕੰਮ ਹੈ ਮਸ਼ੀਨਾਂ ਕਰਦੀਆਂ ਨੇ। ਹੈਲੀਕਾਪਟਰਾਂ ਅਤੇ ਹਵਾਈ ਜਹਾਜ਼ਾਂ ਨੂੰ ਵੀ ਵਰਤਿਆ ਜਾਂਦਾ ਹੈ। ਇਹ ਹੈ USA ਦੀ ਖੇਤੀ। ਹੁਣ ਪੰਜਾਬ ਦੇ ਵਿੱਚ ਜੋ ਹੈ ਖੇਤਾਂ ਦਾ ਆਕਾਰ ਛੋਟਾ ਹੈ। ਸੰਘਣੀ ਕਿਸਮ ਦੀ ਖੇਤੀ ਕੀਤੀ ਜਾਂਦੀ ਹੈ। ਇੱਥੇ ਵਿਸ਼ਾਲ ਕਿਸਮ ਦੀ ਖੇਤੀ ਕੀਤੀ ਜਾਂਦੀ ਸੀ USA ਦੇ ਵਿੱਚ, ਠੀਕ ਹੈ। ਤਾਂ ਮਸ਼ੀਨਾਂ ਦੀ ਘੱਟ ਵਰਤੋਂ ਇੱਥੇ ਮਸ਼ੀਨਾਂ ਨਾਲ ਹੀ ਹੁੰਦੀ ਹੈ। ਕਿਸਾਨ ਆਪਣੀ ਜ਼ਰੂਰਤ ਦੇ ਮੰਡੀਆਂ ਲਈ ਫਸਲਾਂ ਉਗਾਉਂਦਾ ਹੈ। ਝਾੜ ਪ੍ਰਤੀ ਏਕੜ ਜ਼ਿਆਦਾ ਹੁੰਦਾ ਹੈਗਾ। ਪੰਜਾਬ ਦੀ ਕੁੱਲ ਆਮਦਨ ਵਿੱਚ ਖੇਤੀਬਾੜੀ ਸੈਕਟਰ ਦਾ 35% ਯੋਗਦਾਨ ਹੈ। 35% ਯੋਗਦਾਨ ਹੈ। ਪੰਜਾਬ ਦੇ 58% ਲੋਕ ਖੇਤੀਬਾੜੀ 'ਚ ਲੱਗੇ ਹੋਏ ਨੇ। ਕੀਟਨਾਸ਼ਕ ਅਤੇ ਨਦੀਨ ਵੱਧ ਵਰਤੇ ਜਾਂਦੇ ਨੇ। ਟਰੈਕਟਰ ਅਤੇ ਕੰਬਾਈਨ ਨਾਲ ਖੇਤੀ ਕੀਤੀ ਜਾਂਦੀ ਹੈ। ਤਾਂ ਹੁਣ ਤੁਸੀਂ ਇਸੇ ਦੇ ਸਕਰੀਨਸ਼ਾਟ ਲੈ ਕੇ ਜਿਵੇਂ ਮੈਂ ਤੁਹਾਨੂੰ ਕਰਵਾਇਆ ਓਨਾ ਕੀ ਤੁਸੀਂ ਉਤਾਰਨਾ ਹੈ, ਕਿਉਂਕਿ ਲੈਸਨ ਬਹੁਤ ਵੱਡਾ ਹੋ ਜਾਵੇਗਾ। ਮੈਂ ਬਹੁਤ ਸ਼ਾਰਟ 'ਚ ਕਰਵਾਏ ਨੇ ਇਹ ਤੁਹਾਨੂੰ, ਠੀਕ ਹੈ। ਤਾਂ ਮੈਨੂੰ ਕਿਹੜਾ ਤੁਸੀਂ ਉਤਾਰ ਕੇ, ਜਾਂ ਜੇ ਕੁਛ ਤੁਹਾਨੂੰ ਨਹੀਂ ਸਮਝ ਆਇਆ ਤਾਂ ਮੈਨੂੰ ਤੁਸੀਂ ਫ਼ੋਨ ਕਰਕੇ ਪੁੱਛ ਸਕਦੇ ਹੋ। ਜੇ ਕੁਝ ਨਹੀਂ ਸਮਝ ਆਇਆ, ਉਮੀਦ ਕਰਦਾ ਮੈਂ ਕੋਸ਼ਿਸ਼ ਇਹ ਕੀਤੀ ਹੈ ਕਿ ਤੁਹਾਨੂੰ ਸਮਝ ਆਵੇ, ਤਾਂ ਹੀ ਇਹ ਲੈਸਨ ਨੂੰ ਮੈਂ ਆਪ PPT ਰਾਹੀਂ ਬਣਾਇਆ, PPT ਤਿਆਰ ਕੀਤੀ। ਧੰਨਵਾਦ।